Math Chapter 7 Exercise 7.1 Question number 5. In a classroom, 4 friends are seated at the point A, B, C, D as shown in figure. ਜਿੱਦਾਂ ਕਿ ਸਾਡੇ ਕੋਲ ਫਿਗਰ ਦੇ ਵਿੱਚ ਦਿਖਾਇਆ ਗਿਆ, ਇਹ ਵਾਲੀ ਸਾਡੀ ਫਿਗਰ ਹੈ। ਜਿੱਦਾਂ 4 ਫਰੈਂਡ ਨੇ ਉਹ ਇਦਾਂ ਬੈਠਾ, ਇੱਕ A ਤੇ ਬੈਠਾ, ਇੱਕ B ਪੁਆਇੰਟ ਤੇ, ਇੱਕ C ਤੇ, ਇੱਕ D ਤੇ। ਇਦਾਂ 4 ਸੀਟਸ ਨੇ। ਇਦਾਂ ਇੱਕ ਕਲਾਸ ਦੇ ਵਿੱਚ ਇਹ 4 ਫਰੈਂਡ ਜਿਹੜੇ ਨੇ ਬੈਠੇ ਨੇ। ਚੰਪਾ ਐਂਡ ਚਮੇਲੀ ਵਾਕਸ ਇਨਟੂ ਦਾ ਕਲਾਸ। ਚੰਪਾ ਐਂਡ ਚਮੇਲੀ ਜਿਹੜੀਆਂ ਨੇ ਕਲਾਸ ਦੇ ਵਿੱਚ ਆਉਂਦੀਆਂ ਨੇ। ਐਂਡ ਆਫਟਰ ਆਬਜ਼ਰਵਿੰਗ, ਕੁਛ ਸਮਾਂ ਦੇਖਣ ਤੋਂ ਬਾਅਦ, ਆਫਟਰ ਆਬਜ਼ਰਵਿੰਗ ਫॉर ਅ ਫਿਊ ਮਿੰਟਸ, ਕੁਛ ਟਾਈਮ ਦੇਖਣ ਤੋਂ ਬਾਅਦ, ਚੰਪਾ ਆਸਕਸ ਚਮੇਲੀ, ਚੰਪਾ ਜਿਹੜੀ ਆ ਉਹ ਚਮੇਲੀ ਨੂੰ ਪੁੱਛਦੀ ਹੈ ਕਿ ਡੋਂਟ ਯੂ ਥਿੰਕ, ਕਿ ਕੀ ਤੂੰ ਨਹੀਂ ਸੋਚਦੀ ABCD ਇਜ਼ ਸਕੁਏਅਰ। ਜਿਹੜੇ ਉੱਥੇ 4 ਫਰੈਂਡ ਜਿਹੜੇ ਬੈਠੇ ਸੀ ਕਲਾਸ ਦੇ ਵਿੱਚ, ਇੱਕ A ਸੀਟ ਤੇ ਸੀ, ਇੱਕ B ਤੇ ਸੀ, ਇੱਕ C ਤੇ ਸੀ, ਇੱਕ D ਤੇ ਸੀ, ਤਾਂ ਉਹਨਾਂ ਵੱਲ ਦੇਖ ਕੇ ਉਹ ਚੰਪਾ ਜਿਹੜੀ ਚਮੇਲੀ ਨੂੰ ਪੁੱਛਦੀ ਹੈ ਕਿ ਤੂੰ ਨਹੀਂ ਸੋਚਦੀ ਕਿ ABCD ਇਜ਼ ਸਕੁਏਅਰ। ਜਿੱਦਾਂ ਕਿ ਉਹ ਜਿੱਥੇ ਜਿੱਥੇ ਉਹ ਬੈਠੇ ਨੇ 4 ਫਰੈਂਡਸ, ਜੇ ਆਪਾਂ ਉਹਨਾਂ ਨੂੰ ਮਿਲਾ ਦਈਏ ਤਾਂ ਉੱਥੇ ਕੀ ਬਣਦਾ, ਇੱਕ ਸਕੁਏਅਰ ਹੈ। ਤਾਂ ਚਮੇਲੀ ਜਿਹੜੀ ਹੈ ਡਿਸਐਗਰੀ ਕਰ ਦਿੰਦੀ ਹੈ, ਉਹ ਉਸ ਦੇ ਨਾਲ ਕੀ ਅਸਹਿਮਤ ਹੋ ਜਾਂਦੀ ਹੈ। ਤਾਂ ਯੂਜ਼ਿੰਗ ਡਿਸਟੈਂਸ ਫਾਰਮੂਲਾ ਫਾਈਂਡ ਵਿਚ ਆਫ them ਇਜ਼ ਕਰੈਕਟ। ਆਪਾਂ ਡਿਸਟੈਂਸ ਫਾਰਮੂਲੇ ਦਾ ਯੂਜ਼ ਕਰਕੇ ਦੱਸਣਾ ਕਿ ਦੋਨਾਂ ਦੇ ਵਿੱਚੋਂ ਸਹੀ ਕੌਣ ਹੈ। ਤਾਂ ਇਹ ਸਟੇਟਮੈਂਟ ਜਿਹੜੀ ਹੈ ਪੰਜਾਬੀ ਮੀਡੀਅਮ ਦੇ ਵਿੱਚ ਵੀ ਹੈਗੀ ਆਪਣੇ ਕੋਲ। ਕਿਸੇ ਜਮਾਤ ਵਿੱਚ 4 ਮਿੱਤਰ ਬਿੰਦੂ A, B, C ਅਤੇ D ਤੇ ਬੈਠੇ ਹੋਏ ਹਨ। ਇਸ ਤਰ੍ਹਾਂ ਕਿ ਚਿੱਤਰ 7.8 ਵਿੱਚ ਇਹਦੇ 'ਚ ਦਰਸਾਇਆ ਗਿਆ ਹੈ। ਚੰਪਾ ਤੇ ਚਮੇਲੀ ਜਮਾਤ ਦੇ ਅੰਦਰ ਆਉਂਦੀਆਂ ਹਨ ਅਤੇ ਕੁਝ ਸਮਾਂ ਦੇਖਣ ਤੋਂ ਬਾਅਦ ਚੰਪਾ ਚਮੇਲੀ ਨੂੰ ਪੁੱਛਦੀ ਹੈ ਕਿ ਕੀ ਤੂੰ ਨਹੀਂ ਸੋਚਦੀ ਕਿ ABCD ਇੱਕ ਵਰਗ ਹੈ। ਚਮੇਲੀ ਇਸ ਨਾਲ ਸਹਿਮਤ ਨਹੀਂ ਹੈ। ਦੂਰੀ ਸੂਤਰ ਦਾ ਪ੍ਰਯੋਗ ਕਰਕੇ ਦੱਸੋ ਕਿ ਇਹਨਾਂ ਵਿੱਚੋਂ ਕੌਣ ਸਹੀ ਹੈ। ਤਾਂ ਅਸੀਂ ਇਹ 'ਚ ਦੱਸਣਾ ਦੋਨਾਂ 'ਚੋਂ ਕਿ ਕੌਣ ਸਹੀ ਹੈ। ਸੋਲੂਸ਼ਨ, ਹੁਣ ਅਸੀਂ ਇੱਥੇ ਕੀ ਕਰਾਂਗੇ, ਇਹਨਾਂ ਪੁਆਇੰਟਸ ਤੋਂ A ਤੋਂ B ਤੱਕ ਦਾ ਡਿਸਟੈਂਸ, B ਤੋਂ C ਤੱਕ ਦਾ ਡਿਸਟੈਂਸ ਤੇ C ਤੋਂ D ਤੋਂ A, ਤਾਂ ਇਹਨਾਂ 4 ਸਾਈਡਾਂ ਦਾ ਅਸੀਂ ਡਿਸਟੈਂਸ ਫਾਈਂਡ ਕਰਾਂਗੇ। ਹੁਣ ਅਸੀਂ ਇਹਦੇ 'ਚ ਕਿਹਾ ਕੀ ਗਿਆ ਸੀ ਕਿ ਚੰਪਾ ਜਿਹੜੀ ਹੈ ਚਮੇਲੀ ਨੂੰ ਪੁੱਛਦੀ ਸੀ ਕਿ ਤੂੰ ਨਹੀਂ ਸੋਚਦੀ ਕਿ ABCD ਇਜ਼ ਸਕੁਏਅਰ। ਤਾਂ ਅਸੀਂ ਸਕੁਏਅਰ ਦੇਖਣਾ ਕਿ ਹੈਗਾ ਜਾਂ ਨਹੀਂ ਹੈਗਾ। ਇਹ ਦੇਖਣ ਦੇ ਲਈ ਸਾਨੂੰ ਕੀ ਚਾਹੀਦਾ, ਪਹਿਲਾਂ ਸਕੁਏਅਰ ਦੀਆਂ ਸਾਨੂੰ ਪ੍ਰੋਪਰਟੀਜ਼ ਪਤਾ ਹੋਣੀ ਚਾਹੀਦੀਆਂ ਨੇ। ਸਕੁਏਅਰ ਕਿਹਨੂੰ ਅਸੀਂ ਸਕੁਏਅਰ ਕਹਿੰਦੇ ਹਾਂ, ਸਕੁਏਅਰ ਹੁੰਦਾ ਜਿਹਦੀਆਂ 4 ਸਾਈਡਾਂ ਇਕੁਅਲ ਹੋਣ। ਜਿੱਦਾਂ ਆਪਣੇ ਕੋਲ ਇਹਨੂੰ A ਪੁਆਇੰਟ ਮੰਨ ਲਈਏ, ਇਹਨੂੰ B ਮੰਨ ਲਈਏ, ਇਹਨੂੰ C ਮੰਨ ਲਈਏ, ਇਹਨੂੰ D ਮੰਨ ਲਈਏ। ਇਹਦੀਆਂ 4 ਸਾਈਡਾਂ ਇਕੁਅਲ ਹੋਣੀਆਂ ਚਾਹੀਦੀਆਂ ਨੇ ਤੇ ਇਹਦੇ ਡਾਇਗੋਨਲ ਵੀ ਜਿਹੜੇ ਨੇ ਉਹ ਆਪਸ ਦੇ ਵਿੱਚ AB, BC, CD ਤੇ DA 4 ਸਾਈਡਾਂ ਆਪਸ ਦੇ ਵਿੱਚ ਇਕੁਅਲ ਹੋਣ। ਤੇ ਉਸ ਤੋਂ ਬਾਅਦ AC ਤੇ DB ਜਿਹੜੀ ਹੈ ਉਹ ਵੀ ਆਪਸ ਦੇ ਵਿੱਚ ਕੀ ਹੋਵੇ, ਇਕੁਅਲ ਹੋਵੇ। ਇਹ 2 ਸਾਈਡਾਂ ਜਿਹੜੇ 2 ਡਾਇਗੋਨਲ ਨੇ ਇਹ ਆਪਸ ਦੇ ਵਿੱਚ ਇਕੁਅਲ ਹੋਣੇ ਚਾਹੀਦੇ ਨੇ ਤੇ 4 ਸਾਈਡਾਂ ਆਪਸ ਦੇ ਵਿੱਚ ਇਕੁਅਲ ਹੋਣੇ ਚਾਹੀਦੇ ਨੇ। ਫਿਰ ਹੀ ਅਸੀਂ ਕਹਾਂਗੇ ਕਿ ਜਿਹੜੇ 4 ਫਰੈਂਡ ਜਿਹੜੇ ਬੈਠੇ ਸੀ ABCD ਸੀਟ ਦੇ ਉੱਪਰ, ਇਹ ਇੱਕ ਸਕੁਏਅਰ ਸ਼ੇਪ ਦੇ ਵਿੱਚ ਬੈਠੇ ਸੀ। ਤਾਂ ਇਹਦੇ ਲਈ ਸਾਨੂੰ ਇਹਨਾਂ ਨੇ ਕਿਹਾ ਕਿ ਤੁਸੀਂ ਡਿਸਟੈਂਸ ਫਾਰਮੂਲਾ ਯੂਜ਼ ਕਰੋ। ਤਾਂ ਯੂਜ਼ਿੰਗ ਡਿਸਟੈਂਸ ਫਾਰਮੂਲਾ, ਡਿਸਟੈਂਸ ਫਾਰਮੂਲਾ ਸਾਡੇ ਕੋਲ ਕੀ ਹੁੰਦਾ, ਅਸੀਂ ਪਿਛਲੇ ਵੀਡੀਓਜ਼ ਦੇ ਵਿੱਚ ਵੀ ਉਹਦੇ ਬਾਰੇ ਗੱਲ ਕਰੀ ਹੈ ਤੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਵੀ ਹੈਗਾ। ਜੇ ਤੁਹਾਨੂੰ ਇਸ ਚੈਪਟਰ ਦੇ ਸਾਰੇ ਜਿਹੜੇ ਫਾਰਮੂਲੇ ਚਾਹੀਦੇ ਨੇ ਤਾਂ ਉਹ ਇੱਕ ਵਾਰ ਜ਼ਰੂਰ ਦੇਖ ਲਿਓ। ਤਾਂ ਸਾਡੇ ਕੋਲ ਫਾਰਮੂਲਾ ਕੀ ਹੁੰਦਾ, ਡਿਸਟੈਂਸ ਫਾਰਮੂਲਾ x2 ਮਾਈਨਸ x1 ਦਾ ਸਕੁਏਅਰ ਪਲੱਸ y2 ਮਾਈਨਸ y1 ਦਾ ਸਕੁਏਅਰ। ਤਾਂ ਇਹ ਅਸੀਂ ਫਾਰਮੂਲਾ ਯੂਜ਼ ਕਰਕੇ ਡਿਸਟੈਂਸ, ਕੋਈ ਵੀ 2 ਪੁਆਇੰਟਸ ਦੇ ਵਿਚਕਾਰ ਡਿਸਟੈਂਸ ਜਿਹੜਾ ਉਹ ਫਾਈਂਡ ਕਰ ਸਕਦੇ ਹਾਂ। ਤਾਂ ਉਸ ਤੋਂ ਪਹਿਲਾਂ ਸਾਨੂੰ ਜਿਹੜੇ ਪੁਆਇੰਟਸ ਨੇ ਇਹ ਸਾਨੂੰ ਪਤਾ ਹੋਣੇ ਚਾਹੀਦੇ ਕਿੰਨੇ ਪੁਆਇੰਟਸ ਨੇ। ਇਹ ਸਾਡੇ ਕੋਲ ਇੱਕ ਤਰ੍ਹਾਂ ਗ੍ਰਾਫ ਹੈ। ਇੱਧਰ ਨੂੰ ਸਾਡੇ ਕੋਲ x ਐਕਸਿਸ ਹੈ ਤੇ ਇੱਧਰ ਨੂੰ ਸਾਡੀਆਂ ਸਾਰੀਆਂ ਵੈਲਿਊਜ਼ ਕਿਹਦੀਆਂ ਨੇ, x ਦੀਆਂ ਪੋਜ਼ਿਟਿਵ ਵੈਲਿਊਜ਼, ਤੇ ਇੱਧਰ ਨੂੰ ਸਾਡੇ ਕੋਲ y ਦੀਆਂ ਵੈਲਿਊਜ਼ ਨੇ। ਤਾਂ ਸਾਡੇ ਕੋਲ ਇੱਥੇ ਪਹਿਲਾਂ ਅਸੀਂ ਪੁਆਇੰਟਸ ਲਿਖ ਲਾਂਗੇ ਤੇ A ਪੁਆਇੰਟ ਕਿੰਨਾ, B ਕਿੰਨਾ। ਤਾਂ A ਸਾਡੇ ਕੋਲ ਇੱਥੇ ਹੈਗਾ A ਇਕੁਅਲ ਟੂ, ਇੱਧਰੋਂ ਦੇਖੋ x
x ਕਿੱਥੋਂ ਤੱਕ ਆ 3 ਤੱਕ ਤੇ y ਦੀ ਵੈਲਿਊ ਕਿੱਥੇ ਤੱਕ 4 ਤੱਕ। ਤਾਂ ਅਸੀਂ ਪਹਿਲਾਂ x ਦੀ ਵੈਲਿਊ ਲਿਖਦੇ ਹਾਂ 3, ਉਸ ਤੋਂ ਬਾਅਦ y ਦੀ ਵੈਲਿਊ 4। ਤਾਂ ਇਹ ਸਾਡੇ ਕੋਲ A ਪੁਆਇੰਟ ਹੋ ਗਿਆ। ਉਸੇ ਤਰ੍ਹਾਂ B ਪੁਆਇੰਟ ਸਾਡੇ ਕੋਲ ਕਿੰਨਾ, B ਦੇਖ ਲਓ, ਇੱਧਰ x ਦੀ ਵੈਲਿਊ 6 ਤੇ ਇੱਧਰੋਂ y ਦੀ ਵੈਲਿਊ 7। ਉਸੇ ਤਰ੍ਹਾਂ C ਪੁਆਇੰਟ ਸਾਡੇ ਕੋਲ, C ਪੁਆਇੰਟ ਕਿੰਨਾ ਇੱਥੇ, x ਦੀ ਵੈਲਿਊ 9 ਤੇ y ਦੀ ਵੈਲਿਊ 4। ਸੇਮ D ਆ ਸਾਡੇ ਕੋਲ, D ਕਿੰਨਾ ਸਾਡੇ ਕੋਲ, x ਦੀ ਵੈਲਿਊ 1, x ਦੀ ਵੈਲਿਊ 6, x ਦੀ ਵੈਲਿਊ 6 ਤੇ y ਦੀ ਵੈਲਿਊ ਸਾਡੇ ਕੋਲ ਕਿੰਨੀ ਇੱਥੇ 1। ਇੱਕ ਵਾਰ ਇਹਨੂੰ ਫਿਰ ਵੀ ਚੈੱਕ ਕਰ ਲਓ। A ਸਾਡੇ ਕੋਲ ਹੈਗਾ x ਦੀ 3, y ਦੀ 4, B ਸਾਡੇ ਕੋਲ ਹੈਗਾ x ਦੀ 6, y ਦੀ 7, C ਸਾਡੇ ਕੋਲ ਹੈਗਾ x ਦੀ 9 ਤੇ y ਦੀ 4 ਤੇ D ਸਾਡੇ ਕੋਲ ਹੈਗਾ x ਦੀ 6 ਤੇ y ਦੀ 1। ਤਾਂ ਹੁਣ ਸਾਡੇ ਕੋਲ ਇਹ ਪੁਆਇੰਟਸ ਆ ਗਏ। ਤਾਂ ਹੁਣ ਇਹਨਾਂ ਤੋਂ ਅਸੀਂ ਪਹਿਲਾਂ A ਤੋਂ B ਦਾ ਡਿਸਟੈਂਸ ਫਾਈਂਡ ਕਰਾਂਗੇ। ਡਿਸਟੈਂਸ ਆਫ AB, ਡਿਸਟੈਂਸ ਆਫ AB ਜਾਂ ਇਹਨੂੰ ਕੀ ਕਹਾਂਗੇ ਅਸੀਂ, A ਤੋਂ B ਵਿਚਕਾਰ ਦੂਰੀ। ਤਾਂ ਸਾਡੇ ਕੋਲ ਇੱਥੇ A ਕਿੰਨਾ 3, 4 ਤੇ B ਸਾਡੇ ਕੋਲ ਕਿੰਨਾ 6, 7। ਸਾਡੇ ਕੋਲ ਇੱਥੇ ਫਾਰਮੂਲਾ ਕੀ ਹੈ, x2 - x1। ਤਾਂ ਇੱਥੇ ਇਹ ਸਾਡੇ ਕੋਲ x1 ਹੋ ਗਿਆ, ਇਹ y1, x2 y2। ਤਾਂ ਇਹਨੂੰ ਅਸੀਂ ਇਹਦੇ ਚ ਪੁੱਟ ਕਰਾਂਗੇ। x2 ਕਿੰਨਾ ਸਾਡੇ ਕੋਲ 6 ਮਾਈਨਸ x1 3 ਇਹਦਾ ਹੋਲ ਸਕੁਅਰ ਪਲੱਸ y2 ਸਾਡੇ ਕੋਲ 7 ਮਾਈਨਸ y1 ਸਾਡੇ ਕੋਲ 4 ਇਹਦਾ ਹੋਲ ਸਕੁਅਰ। ਤਾਂ ਇਹ ਕਿੰਨਾ ਆ ਜਾਏਗਾ ਸਾਡੇ ਕੋਲ ਇੱਥੇ 6 - 3 3 ਦਾ ਸਕੁਅਰ ਪਲੱਸ 7 - 4 3 ਦਾ ਸਕੁਅਰ। ਇਹ ਕਿੰਨਾ ਆ ਜਾਏਗਾ ਅੱਗੇ 3 3 ਦਾ 9 ਪਲੱਸ 3 3 ਦਾ 9। ਤਾਂ ਕਿੰਨਾ ਹੋ ਗਿਆ √18। ਇਹਨੂੰ ਅੱਗੇ ਅਸੀਂ ਜੇ ਹੋਰ ਅੱਗੇ ਤੋੜਨਾ ਹੋਵੇ ਤਾਂ ਇਹਨੂੰ ਕੀ ਲਿਖ ਸਕਦੇ ਅਸੀਂ, ਇਹਨੂੰ ਲਿਖ ਸਕਦੇ ਅਸੀਂ 3√2। 3 3 ਦਾ 9 9 2 ਦਾ 18 ਇਹ ਵਾਲੀ ਆ। ਤਾਂ ਸਾਡੇ ਕੋਲ AB ਦਾ ਡਿਸਟੈਂਸ ਆ ਗਿਆ ਸਾਡੇ ਕੋਲ 3√2। ਉਸ ਤੋਂ ਬਾਅਦ ਅਸੀਂ ਕੱਢਾਂਗੇ ਡਿਸਟੈਂਸ ਆਫ BC। ਜਦੋਂ ਅਸੀਂ BC ਦਾ ਡਿਸਟੈਂਸ ਕੱਢਣਾ ਤਾਂ ਸਾਡੇ ਕੋਲ B ਕਿੰਨਾ ਇੱਥੇ 6, 7 ਤੇ C ਸਾਡੇ ਕੋਲ ਕਿੰਨਾ 9, 4। ਹੁਣ ਇਹਦੇ ਉੱਪਰ ਵੀ ਅਸੀਂ ਸੇਮ ਡਿਸਟੈਂਸ ਫਾਰਮੂਲਾ ਯੂਜ਼ ਕਰਾਂਗੇ। x2 ਸਾਡੇ ਕੋਲ ਕਿੰਨਾ, ਇਹ x1 y1 x2 y2। x2 ਸਾਡੇ ਕੋਲ ਕਿੰਨਾ 9 ਮਾਈਨਸ x1 ਕਿੰਨਾ 6 ਇਹਦਾ ਹੋਲ ਸਕੁਅਰ ਪਲੱਸ y2 ਸਾਡੇ ਕੋਲ ਕਿੰਨਾ 4 ਮਾਈਨਸ y1 7 ਇਹਦਾ ਹੋਲ ਸਕੁਅਰ। ਤਾਂ ਇੱਥੋਂ ਕਿੰਨਾ ਆ ਜਾਏਗਾ ਸਾਡੇ ਕੋਲ 9 - 6 3 ਦਾ ਸਕੁਅਰ ਪਲੱਸ 4 - 7 ਤਾਂ ਮਾਈਨਸ 3 ਦਾ ਸਕੁਅਰ। 3 ਦਾ ਸਕੁਅਰ 9 ਪਲੱਸ -3 ਦਾ ਸਕੁਅਰ ਵੀ 9। ਤਾਂ ਇਹ ਕਿੰਨਾ ਆ ਜਾਏਗਾ ਸਾਡੇ ਕੋਲ √18। ਤੇ ਇਹਨੂੰ ਵੀ ਅੱਗੇ ਅਸੀਂ ਕੀ ਲਿਖ ਸਕਦੇ ਹਾਂ 3√2। ਤਾਂ ਸਾਡੇ ਕੋਲ ਹੁਣ ਇੱਥੇ BC ਦਾ ਡਿਸਟੈਂਸ ਵੀ ਆ ਗਿਆ। ਉਸ ਤੋਂ ਬਾਅਦ ਅਸੀਂ ਕੱਢਾਂਗੇ ਡਿਸਟੈਂਸ ਆਫ CD। CD ਦਾ ਡਿਸਟੈਂਸ ਕੱਢਾਂਗੇ ਤਾਂ ਸਾਡੇ ਕੋਲ ਇੱਥੇ C ਪੁਆਇੰਟ ਲਿਖ ਲਾਂਗੇ ਪਹਿਲਾਂ ਅਸੀਂ। C ਕਿੰਨਾ ਸਾਡੇ ਕੋਲ 9, 4 ਤੇ D ਸਾਡੇ ਕੋਲ ਕਿੰਨਾ 6, 1। ਫਾਰਮੂਲਾ ਸਾਡੇ ਕੋਲ ਫਿਰ ਇਹ ਸਾਡੇ ਕੋਲ x1 ਹੋ ਗਿਆ, ਇਹ y1 x2 y2। ਸਾਡੇ ਕੋਲ ਕੀ ਆ ਜਾਏਗਾ x2 ਸਾਡੇ ਕੋਲ ਕਿੰਨਾ ਇੱਥੇ 6 ਮਾਈਨਸ x1 ਕਿੰਨਾ 9 ਇਹਦਾ ਹੋਲ ਸਕੁਅਰ ਪਲੱਸ y2 ਸਾਡੇ ਕੋਲ ਕਿੰਨਾ 1 ਤੇ y1 ਸਾਡੇ ਕੋਲ ਕਿੰਨਾ 4 ਇਹਦਾ ਹੋਲ ਸਕੁਅਰ। ਤਾਂ ਕਿੰਨਾ ਆ ਜਾਏਗਾ ਇਹ 6 - 9 - 3 ਦਾ ਹੋਲ ਸਕੁਅਰ ਪਲੱਸ 1 - 4 - 3 ਦਾ ਹੋਲ ਸਕੁਅਰ। 3 ਦਾ ਸਕੁਅਰ 9 ਪਲੱਸ -3 ਦਾ ਸਕੁਅਰ ਫਿਰ ਤੋਂ 9 ਇਕੁਅਲ ਟੂ √18। ਤਾਂ ਇਹ ਵੈਲਿਊ ਵੀ ਸਾਡੇ ਕੋਲ ਕਿੰਨੀ ਆ ਜਾਏਗੀ 3√2।
ਉਸ ਤੋਂ ਬਾਅਦ ਅਸੀਂ ਡਿਸਟੈਂਸ ਕੱਢਾਂਗੇ DA, ਡਿਸਟੈਂਸ ਆਫ DA। ਇੱਥੇ D ਸਾਡੇ ਕੋਲ ਪੁਆਇੰਟ ਕਿੰਨਾ ਪਹਿਲਾਂ ਅਸੀਂ ਉਹ ਦੇਖ ਲਾਂਗੇ। D ਪੁਆਇੰਟ ਸਾਡਾ 6 1 ਤੇ A ਸਾਡੇ ਕੋਲ 3 4। D ਹੈਗਾ ਸਾਡੇ ਕੋਲ 6 1 ਤੇ A ਪੁਆਇੰਟ ਸਾਡੇ ਕੋਲ 3 4। ਇਹ ਸਾਡੇ ਕੋਲ x1 y1 x2 y2 ਤਾਂ x2 ਸਾਡੇ ਕੋਲ ਕਿੰਨਾ 3 ਮਾਈਨਸ x1 6 ਇਹਦਾ ਹੋਲ ਸਕੁਅਰ ਪਲੱਸ y2 ਸਾਡੇ ਕੋਲ ਕਿੰਨਾ 4 ਮਾਈਨਸ y1 ਸਾਡੇ ਕੋਲ ਕਿੰਨਾ 1 ਇਹਦਾ ਹੋਲ ਸਕੁਅਰ। ਤਾਂ ਕਿੰਨਾ ਆ ਜਾਏਗਾ ਇਹ ਮਾਈਨਸ 3 ਦਾ ਸਕੁਅਰ ਪਲੱਸ 4 ਮਾਈਨਸ 1 3 ਦਾ ਸਕੁਅਰ। ਇਹਨੂੰ ਸੋਲਵ ਕਰਨ ਤੇ ਸਾਡੇ ਕੋਲ ਵੈਲਿਊ ਆ ਜਾਏਗੀ 3 ਮਾਈਨਸ 3 ਦਾ ਸਕੁਅਰ 9 ਪਲੱਸ 3 ਦਾ ਸਕੁਅਰ 9 √18। ਤਾਂ ਇਹਨੂੰ ਅੱਗੇ ਅਸੀਂ ਕੀ ਲਿਖ ਸਕਦੇ ਹਾਂ 3 √2। ਤਾਂ ਹੁਣ ਅਸੀਂ ਦੇਖਿਆ ਕਿ ਚਾਰੋਂ ਸਾਈਡਾਂ ਦਾ ਅਸੀਂ ਜਿਹੜਾ ਡਿਸਟੈਂਸ ਇੱਥੇ ਤੱਕ ਫਾਈਂਡ ਕਰ ਲਿਆ, ਚਾਰੋਂ ਸਾਈਡਾਂ ਦੀ ਦੂਰੀ ਅਸੀਂ ਫਾਈਂਡ ਕਰ ਲਈ, ਪਤਾ ਕਰ ਲਈ। ਤਾਂ ਚਾਰਾਂ ਦੀ ਦੂਰੀ ਜਿਹੜੀ ਸੇਮ ਆਈ ਹੈ, ਦੇਖੋ ਤਾਂ AB ਦਾ ਡਿਸਟੈਂਸ ਕੱਢਿਆ ਉਹ ਵੀ 3 √2, BC ਦਾ ਡਿਸਟੈਂਸ ਕੱਢਿਆ ਉਹ ਵੀ 3 √2 ਤੇ ਉਸੇ ਤਰ੍ਹਾਂ ਅਸੀਂ ਜਿਹੜਾ CD ਦਾ ਡਿਸਟੈਂਸ ਕੱਢਿਆ C ਤੋਂ D ਦਾ ਉਹ ਵੀ 3 √2 ਤੇ DA ਦਾ ਡਿਸਟੈਂਸ ਕੱਢਿਆ ਉਹ ਵੀ 3 √2। ਹੁਣ ਇੱਕ ਜਿਹੜਾ ਅਸੀਂ ਦੇਖਿਆ ਸੀ ਕਿ ਚਾਰੋਂ ਸਾਈਡਾਂ ਸਕੁਅਰ ਦੇ ਇਕੁਅਲ ਹੁੰਦੀਆਂ ਨੇ, ਤਾਂ ਚਾਰੋਂ ਸਾਈਡਾਂ ਤੇ ਸਾਡੇ ਕੋਲ ਇਕੁਅਲ ਆ ਗਈਆਂ। ਹੁਣ ਅਸੀਂ ਕੀ ਪਤਾ ਕਰਨਾ, ਇਹਦੇ ਡਾਇਗਨਲ ਦੇਖਣੇ ਨੇ। ਡਾਇਗਨਲ ਕੀ ਹੁੰਦੇ ਨੇ, ਇਹਨੂੰ ਅਸੀਂ ਇਹ ਖੁੰਝੇ ਨੂੰ ਇਹ ਖੁੰਝੇ ਨਾਲ ਮਿਲਾ ਦੇਣਾ, ਇਹ ਖੁੰਝੇ ਨੂੰ ਇਹ ਖੁੰਝੇ ਨਾਲ ਮਿਲਾ ਦੇਣਾ, ਤਾਂ ਇਹਨਾਂ ਨੂੰ ਅਸੀਂ ਕੀ ਕਹਿੰਦੇ ਨੇ ਡਾਇਗਨਲ। ਪੰਜਾਬੀ ਵਿੱਚ ਕਹਿੰਦੇ ਨੇ ਅਸੀਂ ਵਿਕਰਨ। ਤਾਂ ਅਸੀਂ ਹੁਣ ਦੇਖਣਾ ਕਿ AC ਡਾਇਗਨਲ ਤੇ BD ਡਾਇਗਨਲ ਜੇ ਦੋਨੋਂ ਇਕੁਅਲ ਆ ਗਏ ਫਿਰ ਅਸੀਂ ਕਹਾਂਗੇ ਕਿ ਸਾਡੇ ਕੋਲ ਜਿਹੜਾ ਇਹ ਸੀਟਿੰਗ ਅਰੇਂਜਮੈਂਟ ਦਿੱਤਾ ਹੋਇਆ ਇਹ ਇੱਕ ਸਕੁਅਰ ਟਾਈਪ ਦਾ। ਤਾਂ ਹੁਣ ਅਸੀਂ ਪਹਿਲਾਂ ਇੱਥੇ ਇਹਦੇ ਡਾਇਗਨਲ ਫਾਈਂਡ ਕਰਾਂਗੇ। ਹੁਣ ਸਾਡੇ ਕੋਲ ਡਾਇਗਨਲ AC ਜਿਹੜਾ ਸੀ, ਜਦੋਂ ਇਹਦੀ ਡਿਸਟੈਂਸ ਫਾਈਂਡ ਕਰਾਂਗੇ, ਡਿਸਟੈਂਸ ਆਫ AC A ਤੋਂ C ਤੱਕ ਦੀ ਦੂਰੀ ਜਾਂ ਡਾਇਗਨਲ ਨੂੰ ਅਸੀਂ ਕੀ ਕਹਿੰਦੇ ਨੇ ਪੰਜਾਬੀ ਚ ਵਿਕਰਨ। ਤਾਂ ਹੁਣ ਸਾਡੇ ਕੋਲ ਇੱਥੇ A ਦੀ ਵੈਲਿਊ ਹੈਗੀ ਹੈ x, ਇਹਨੂੰ ਅਸੀਂ x1 ਇਹਨੂੰ y1 ਇਹਨੂੰ x2 ਇਹਨੂੰ y2। ਤਾਂ ਇੱਥੇ ਨੂੰ ਫਾਰਮੂਲੇ 'ਚ ਪੁੱਟ ਕਰ ਦਾਂਗੇ। x2 ਸਾਡੇ ਕੋਲ ਕਿੰਨਾ 9 ਮਾਈਨਸ x1 ਸਾਡੇ ਕੋਲ ਕਿੰਨਾ 3 ਇਹਦਾ ਹੋਲ ਸਕੁਅਰ ਪਲੱਸ y2 ਸਾਡੇ ਕੋਲ ਕਿੰਨਾ 4 ਮਾਈਨਸ y1 ਸਾਡੇ ਕੋਲ ਕਿੰਨਾ ਇਹ ਵੀ 4। ਤਾਂ ਕੀ ਆ ਜਾਏਗਾ ਸਾਡੇ ਕੋਲ ਇੱਥੇ 9 ਮਾਈਨਸ 3 6 ਦਾ ਸਕੁਅਰ ਪਲੱਸ 4 ਮਾਈਨਸ 4 0 ਦਾ ਸਕੁਅਰ। ਤਾਂ ਕੀ ਆ ਜਾਏਗਾ 6 ਦਾ ਸਕੁਅਰ 36 0 ਦਾ ਸਕੁਅਰ 0। ਤਾਂ ਸਾਡੇ ਕੋਲ ਵੈਲਿਊ ਆ ਜਾਏਗੀ 36। ਤਾਂ 36 ਦਾ ਜਿਹੜਾ ਅੰਡਰ ਰੂਟ ਕਿੰਨਾ ਹੋ ਗਿਆ 6। ਸਾਡੇ ਕੋਲ ਇੱਕ ਡਾਇਗਨਲ ਆ ਗਿਆ 6, A ਤੋਂ C ਡਾਇਗਨਲ ਆ ਗਿਆ। ਹੁਣ ਅਸੀਂ ਫਾਈਂਡ ਕਰਾਂਗੇ ਡਾਇਗਨਲ BD ਡਾਇਗਨਲ ਫਾਈਂਡ ਕਰਾਂਗੇ। ਹੁਣ ਅਸੀਂ BD ਡਾਇਗਨਲ ਪਹਿਲਾਂ ਅਸੀਂ ਦੇਖ ਲਾਂਗੇ ਕਿ ਸਾਡੇ ਕੋਲ B ਪੁਆਇੰਟ ਕਿੰਨਾ। B ਪੁਆਇੰਟ ਸਾਡੇ ਕੋਲ ਹੈਗਾ ਇੱਥੇ 6 7 ਤੇ D ਸਾਡੇ ਕੋਲ ਹੈਗਾ 6 1 6 7 ਤੇ 6 1। ਤਾਂ ਡਿਸਟੈਂਸ ਆਫ BD ਇਹ ਸਾਡਾ ਕਿਹਦੇ ਕੋਲ ਹੋਏਗਾ, ਫਾਰਮੂਲਾ ਸੀ ਸੇਮ ਤੋਂ ਫਿਰ ਉਹੀ ਅਸੀਂ ਸਾਡੇ ਕੋਲ B ਦੀ ਵੈਲਿਊ ਆ ਗਈ, B ਪੁਆਇੰਟਸ ਨੇ, ਇਹ D ਪੁਆਇੰਟਸ ਨੇ। ਤਾਂ ਇਹ x1 ਇਹ y1 x2 y2 ਸਾਡੇ ਕੋਲ ਫਾਰਮੂਲਾ ਉਹੀ ਡਿਸਟੈਂਸ ਫਾਰਮੂਲਾ x2 ਮਾਈਨਸ x1। x2 ਸਾਡੇ ਕੋਲ ਕਿੰਨਾ 6 ਮਾਈਨਸ x1 ਵੀ ਸਾਡੇ ਕੋਲ ਕਿੰਨਾ 6 ਇਹਦਾ ਹੋਲ ਸਕੁਅਰ ਪਲੱਸ y2 ਸਾਡੇ ਕੋਲ ਕਿੰਨਾ 1 ਮਾਈਨਸ y1 ਸਾਡੇ ਕੋਲ ਕਿੰਨਾ 7 ਇਹਦਾ ਹੋਲ ਸਕੁਅਰ। ਤਾਂ ਇਹਨੂੰ ਜਦੋਂ ਸੋਲਵ ਕਰਿਆ 6 ਮਾਈਨਸ 6 0 ਦਾ ਸਕੁਅਰ ਪਲੱਸ 1 ਮਾਈਨਸ 7 ਮਾਈਨਸ 6 ਦਾ ਸਕੁਅਰ। ਤਾਂ ਇੱਥੋਂ ਕੀ ਆ ਜਾਏਗਾ 0 ਦਾ ਸਕੁਅਰ ਤੇ 0 ਹੀ ਹੋ ਜਾਏਗਾ ਪਲੱਸ ਮਾਈਨਸ 6 ਦਾ ਸਕੁਅਰ 36। ਤਾਂ ਇਹ ਕਿੰਨਾ ਆ ਗਿਆ 36। ਜਦੋਂ ਅਸੀਂ ਅੰਡਰ ਰੂਟ 36 ਨੂੰ ਸੋਲਵ ਕਰਦੇ ਹਾਂ ਸਾਡੇ ਕੋਲ ਵੈਲਿਊ ਆਉਂਦੀ ਹੈ 6। ਸਾਡੇ ਕੋਲ ਦੇਖੋ ਡਾਇਗਨਲ ਵੀ ਜਿਹੜੇ ਨੇ, ਡਾਇਗਨਲ ਆਫ AC ਡਿਸਟੈਂਸ ਆਫ AC ਤੇ ਡਿਸਟੈਂਸ ਆਫ BD ਦੋਨਾਂ ਦਾ ਡਿਸਟੈਂਸ ਵੀ ਸੇਮ ਆ ਗਿਆ ਤੇ ਜਿਹੜੀਆਂ ਚਾਰੋਂ ਸਾਈਡਾਂ ਸੀਗੀਆਂ ਜਿਹੜੀਆਂ ਉਹ ਵੀ ਸਾਡੇ ਕੋਲ ਕੀ ਆ ਗਈਆਂ ਸੇਮ ਆ ਗਈਆਂ।
ਤਾਂ ਹੁਣ ਅਸੀਂ ਇੱਥੇ ਕਹਿ ਸਕਦੇ ਹਾਂ ਕਿ ਜਦੋਂ ਵੀ ਕਿਸੇ ਕੁਆਡਰੀਲੇਟਰ ਦੀਆਂ ਚਾਰੋਂ ਸਾਈਡਾਂ ਸੇਮ ਹੋਣ ਤੇ ਉਹਦੇ ਡਾਇਗੋਨਲ ਵੀ ਸੇਮ ਹੋਣ ਤਾਂ ਫਿਰ ਉਹ ਸ਼ੇਪ ਹੁੰਦੀ ਹੈ ਜਿਹੜੀ ਸਾਡੇ ਕੋਲ ਇੱਕ ਸਕੁਅਰ ਬਣਦੀ ਹੈ। ਤਾਂ ਇੱਥੇ ਸਾਡੇ ਕੋਲ ਹੁਣ ABCD ਕੀ ਬਣ ਗਿਆ, ਇਜ਼ ਅ ਸਕੁਅਰ। ਤਾਂ ਇਹ ਸਕੁਅਰ ਬਣ ਗਿਆ। ਤਾਂ ਅਸੀਂ ਕੀ ਦੱਸਣਾ ਸੀਗਾ ਕਿ ਇਹਨਾਂ ਦੇ ਵਿੱਚੋਂ ਸਹੀ ਕੌਣ ਹੈ। ਅਸੀਂ ਸ਼ੁਰੂ ਦੇ ਵਿੱਚ ਜੋ ਗੱਲ ਕਰੀ ਸੀ, ਤਾਂ ਸ਼ੁਰੂ ਦੇ ਵਿੱਚ ਕਿਹਾ ਕੀ ਸੀਗਾ ਕਿ ਚੰਪਾ ਆਸਕ ਚਮੇਲੀ, ਚੰਪਾ ਜਿਹੜੀ ਹੈ ਚਮੇਲੀ ਨੂੰ ਪੁੱਛਦੀ ਸੀ ਕਿ ਤੈਨੂੰ ਡੋਂਟ ਯੂ ਥਿੰਕ ਕਿ ਤੂੰ ਨਹੀਂ ਸੋਚਦੀ ਕਿ ABCD ਜੇ ਸਕੁਅਰ। ਤਾਂ ਚਮੇਲੀ ਇਹਦੇ ਨਾਲ ਡਿਸਐਗਰੀ ਕਰ ਗਈ ਸੀ ਕਿ ਇਹ ਸਕੁਅਰ ਨਹੀਂ ਹੈਗਾ। ਪਰ ਆਪਾਂ ਨੇ ਹੁਣ ਇੱਥੇ ਜਦੋਂ ਇਹਨੂੰ ਸੋਲਵ ਕਰਕੇ ਦੇਖਿਆ ਤਾਂ ਇਹ ਕੀ ਇੱਕ ਸਕੁਅਰ ਹੈ। ਤਾਂ ਇੱਥੇ ਕੀ ਹੈ ਆਪਣੇ ਕੋਲ, ਚੰਪਾ ਜਿਹੜੀ ਹੈ ਸਹੀ ਹੈ। ਤਾਂ ਇਹੀ ਸਾਡਾ ਇੱਥੇ ਕੁਐਸਚਨ ਸੀ, ਆਨਸਰ ਸੀ ਇਹਦਾ। ਜੇ ਇਹਦੇ ਵਿੱਚ ਤੁਹਾਨੂੰ ਕਿਤੇ ਕੋਈ ਡਾਊਟ ਹੋਵੇ ਜਾਂ ਕਿਤੇ ਕੁਝ ਸਮਝ ਨਾ ਲੱਗਿਆ ਹੋਵੇ ਤਾਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ। ਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਥੈਂਕ ਯੂ।